ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਹੋ ਤੁਸੀਂ। ਮੈਂ ਹਾਂ ਗੁਰਪ੍ਰੀਤ ਸੰਧਾਵਾਲੀਆ ਤੇ ਆਪ ਜੀ ਦਾ ਬਹੁਤ ਧੰਨਵਾਦ ਕਿ ਆਪ ਜੀ ਸਾਡੀ ਅਪੀਲ ਤੇ ਉਹ ਜਿਹੜਾ ਲਾਈਕ ਵਾਲਾ ਬਟਨ ਹੈ ਉਹ ਹੁਣ ਦੱਬਣ ਲੱਗ ਪਏ ਹੋ। ਤੇ ਅੱਜ ਵੀ ਜੇ ਖਬਰਾਂ ਦੀ ਆਪਾਂ ਗੱਲ ਕਰੀਏ ਤੇ ਕੁਝ ਕੁ ਖਬਰਾਂ ਐਸੀਆਂ ਨੇ ਜਿਹੜੀਆਂ ਕਿ ਹੁਣ ਕਿਸ਼ਤਵਾਰ ਹੋਣ ਲੱਗ ਪਈਆਂ ਕਿ ਯਾਨੀ ਕਿ ਪਹਿਲਾਂ ਉਹਨਾਂ ਦਾ ਪਹਿਲਾ ਭਾਗ ਸਾਹਮਣੇ ਆਉਂਦਾ, ਫਿਰ ਚੰਦ ਦਿਨਾਂ ਬਾਅਦ ਉਹਨਾਂ ਦਾ ਦੂਸਰਾ ਭਾਗ ਸਾਹਮਣੇ ਆਉਂਦਾ। ਇਸੇ ਦੇ ਵਿੱਚ ਹੀ ਇੱਕ ਤਾਂ ਜਿਹੜਾ ਉਹ ਡੇਰੇ ਸਿਰਸੇ ਵਾਲਾ ਮਾਮਲਾ, ਉਹਦੀਆਂ ਵੀ ਕਿਸ਼ਤਾਂ ਹੁਣ ਆਉਣ ਲੱਗ ਪਈਆਂ ਨੇ ਅੱਗੇ। ਅੱਜ ਆਪਾਂ ਉਹ ਵੀ ਜ਼ਿਕਰ ਕਰਾਂਗੇ। ਫਿਰ ਆਪਾਂ ਜਿਹੜਾ ਉਹ ਆਰਡੀਨੈਂਸ ਹੈ ਜਿਹਦਾ ਕਰਕੇ ਅੱਜ ਚੰਦ ਦਿਨ ਪਹਿਲਾਂ ਸੜਕਾਂ 'ਤੇ ਪ੍ਰੋਟੈਸਟ ਹੋਇਆ ਸੀ ਤੇ ਉਹਦੀ ਸਿਆਸਤ ਵੀ ਪੰਜਾਬ ਦੇ ਵਿੱਚ ਬਹੁਤ ਪੱਕੀ ਹੋਈ ਹੈ, ਉਹਦੇ 'ਤੇ ਵੀ ਇੱਕ ਅਗਲੀ ਕਿਸ਼ਤ ਜਿਹੜੀ ਕਿ ਕੇਂਦਰ ਵਾਲੇ ਪਾਸਿਓਂ ਭਾਜੀ ਪਈ ਹੈ, ਉਹਦਾ ਜ਼ਿਕਰ ਵੀ ਆਪਾਂ ਕਰਾਂਗੇ। ਕੁਝ ਖਬਰਾਂ ਹੋਰ ਨੇ ਜਿਹੜੀਆਂ ਆਪਾਂ ਸਾਂਝੀਆਂ ਕਰਨੀਆਂ। ਸਭ ਤੋਂ ਪਹਿਲਾਂ ਆਪਾਂ ਸਵਾਗਤ ਕਰਦੇ ਹਾਂ ਪੰਨ ਸਾਹਿਬ, ਬਹੁਤ ਬਹੁਤ ਸਵਾਗਤ ਜੀ। ਮਤਲਬ ਕਿਸ਼ਤਾਂ ਦੀ ਮੈਂ ਗੱਲ ਕਰਦਾ ਹਾਂ। ਪੰਜਾਬ ਵਾਲੀਆਂ ਕਿਸ਼ਤਾਂ ਤੋਂ ਪਹਿਲਾਂ ਰਾਜਸਥਾਨ ਵਾਲੀ ਕਿਸ਼ਤ ਦੀ ਵੀ ਗੱਲ ਕਰ ਹੀ ਲਈਏ, ਕਿਉਂਕਿ ਉਹ ਵੀ ਕਿਸ਼ਤ ਦਰ ਕਿਸ਼ਤ ਅੱਗੇ ਕੰਮ ਚੱਲ ਰਿਹਾ। ਅਤੇ ਅਗਲੀ ਕਿਸ਼ਤ ਦੇ ਵਿੱਚ ਹੁਣ ਜਿਹੜਾ ਅਗਲਾ ਸੀਨ ਸਾਹਮਣੇ ਆਇਆ, ਉਹਦੇ 'ਚ ਹੁਣ ਕੇਂਦਰੀ ਏਜੰਸੀਆਂ ਨੇ ਅਸ਼ੋਕ ਗਹਿਲੋਤ ਦੇ ਭਰਾ ਦੇ ਕਾਰੋਬਾਰਾਂ 'ਤੇ ਵੀ ਛਾਪੇ ਮਾਰੇ ਆ। ਪਹਿਲਾਂ ਉੱਥੋਂ ਦੀ ਸਟੇਟ ਵਾਲੀ ਗਵਰਨਮੈਂਟ ਨੇ ਪਾਇਲਟ ਹੋਰਾਂ ਵਾਲੇ ਪਾਸੇ ਹੋਏ ਸੀ, ਅਤੇ ਹੁਣ ਦੂਸਰੇ ਵਾਲੇ ਪਾਸੇ ਹੋ ਗਏ। ਮਤਲਬ ਜਿਹੜਾ ਦਾ ਇੱਕ ਪਾਰਟੀ ਵਰਤਦੀ ਆ, ਦੂਜੀ ਧਿਰ ਵੀ ਉਹ ਵਰਤਣ ਲੱਗ ਪਈ। ਗੱਲ ਇਹ ਹੈ ਗੁਰਪ੍ਰੀਤ ਜੀ, ਰਾਜਸਥਾਨ ਦੇ ਵਿੱਚ ਸੱਤਾ ਸੰਘਰਸ਼ ਕੇਂਦਰ ਦੀ ਸਰਕਾਰ ਚਲਾਉਣ ਵਾਲੇ ਲੋਕਾਂ ਨੂੰ ਇਸ ਵੇਲੇ ਕਰੋਨਾ ਵਾਇਰਸ ਦੀ ਲੜਾਈ ਲੜਨ ਨਾਲੋਂ ਵੱਧ ਮਹੱਤਵਪੂਰਨ ਜਾਪਦਾ ਜੀ। ਇਹਨਾਂ ਨੇ ਸਾਰੇ ਘੋੜੇ ਫਿੱਟ ਕੀਤੇ ਪਏ। ਸਚਿਨ ਪਾਇਲਟ ਇਹਨਾਂ ਸਮਝਿਆ ਸੀ ਕਿ ਪਤਾ ਨਹੀਂ ਵਿਧਾਇਕਾਂ ਦਾ ਕਿਹੜਾ ਜਹਾਜ਼ ਭਰ ਕੇ ਉੱਡ ਜੂਗਾ ਤੇ ਅਸ਼ੋਕ ਗਹਿਲੋਤ ਇਕੱਲਾ ਬੈਠਾ ਰਹਿ ਜੂਗਾ ਜੀ। ਉਹ ਇੰਨੇ ਜੋਗਾ ਨਹੀਂ ਹੋਇਆ, ਜਹਾਜ਼ ਕੀ ਭਰਨਾ। ਉਹ ਹੈਲੀਕਾਪਟਰ ਜਿੰਨੀਆਂ 5-7 ਸਵਾਰੀਆਂ ਮਸਾਂ ਜੋੜ ਸਕਿਆ, 19 ਬੰਦੇ ਨੇ ਉਹਦੇ ਕੋਲ ਜੀ। ਕਾਂਗਰਸ ਦੇ 3 ਦੂਸਰੇ ਆਜ਼ਾਦ ਨੇ, ਕੱਖ ਵੀ ਨਹੀਂ ਉਹਦੇ ਪੱਲੇ ਪਿਆ। ਇਹ ਹੁਣ ਉਹਨਾਂ ਨੂੰ ਸੰਭਾਲਣ ਦਾ ਯਤਨ ਕਰਦੇ ਆ, ਆਪਣੇ ਵਿੱਚ ਸ਼ਾਮਲ ਨਹੀਂ ਕਰ ਸਕੇ ਜੀ। ਅਗਲਾ ਕੰਮ ਫਿਰ ਇਹ ਰਹਿ ਗਿਆ ਕਿ ਅਸ਼ੋਕ ਗਹਿਲੋਤ ਨੂੰ ਸਾਰੇ ਪਾਸਿਆਂ ਤੋਂ ਤੰਗ ਕਰੋ ਜੀ। ਜਿਸ ਦਿਨ ਸਚਿਨ ਪਾਇਲਟ ਵੱਖ ਹੋਇਆ ਤੇ ਇਹਨਾਂ ਨੇ ਸਚਿਨ ਪਾਇਲਟ ਨੂੰ ਤੇ ਉਹਦੇ ਸਾਥੀਆਂ ਨੂੰ ਪਾਰਟੀ ਚੋਂ ਨੋਟਿਸ ਜਾਰੀ ਕਰਵਾ ਦਿੱਤੇ। ਸਚਿਨ ਪਾਇਲਟ ਨੂੰ ਡਿਪਟੀ ਮੁੱਖ ਮੰਤਰੀ ਦੇ ਅਹੁਦੇ ਤੋਂ ਲਾਹ ਦਿੱਤਾ। ਉਸੇ ਦਿਨ ਹੀ ਕੇਂਦਰ ਦੀਆਂ ਏਜੰਸੀਆਂ ਨੇ ਆ ਕੇ ਇੱਥੇ ਰਾਜਸਥਾਨ ਦੇ ਵਿੱਚ ਇੱਕ ਜਿਊਲਰ ਘਰਾਣੇ ਦੇ ਉੱਤੇ, ਜਿਹੜੇ ਸੋਨੇ ਚਾਂਦੀ ਗਹਿਣਿਆਂ ਦਾ ਕੰਮ ਕਰਦੇ ਆ ਜੀ ਤੇ ਦੁਨੀਆ ਭਰ ਵਿੱਚ ਮਸ਼ਹੂਰ ਨੇ, ਉਹਨਾਂ ਦੇ ਉੱਤੇ ਛਾਪੇ ਮਾਰੇ। ਤੇ ਇਸ ਕਰਕੇ ਮਾਰੇ ਕਿ ਉਹ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਬਹੁਤ ਨੇੜੇ ਆ ਜੀ। ਛਾਪੇ ਉਹਨਾਂ ਦੇ ਮਾਰੇ, ਘੇਰਾ ਇਹਨੂੰ ਪਾਇਆ। ਅੱਜ ਹੁਣ ਨਵੇਂ ਸਿਰੋਂ ਇਹ ਕੰਮ ਹੋ ਗਿਆ ਕਿ ਅਸ਼ੋਕ ਗਹਿਲੋਤ ਦੇ ਭਰਾ ਦੇ ਦਫ਼ਤਰਾਂ ਤੇ, ਗੋਦਾਮਾਂ ਤੇ, ਘਰ ਤੇ ਛਾਪੇ ਮਾਰ ਦਿੱਤੇ ਆ ਕੇਂਦਰੀ ਏਜੰਸੀਆਂ ਨੇ ਜੀ। ਪਿਛਲਾ ਤਜਰਬਾ ਕੀ ਆ ਕਿ ਜੇ ਕਰਨਾਟਕਾ ਦੇ ਵਿਧਾਇਕਾਂ ਨੂੰ ਕਾਂਗਰਸ ਕਿਤੇ ਲੈ ਕੇ ਜਾਵੇ ਤੇ ਉੱਥੇ ਇਨਕਮ ਟੈਕਸ ਤੇ ਐਨਫੋਰਸਮੈਂਟ ਦੇ ਛਾਪੇ, ਗੁਜਰਾਤ ਦੇ ਵਿਧਾਇਕਾਂ ਨੂੰ ਲੈ ਕੇ ਕਾਂਗਰਸ ਕਰਨਾਟਕਾ 'ਚ ਗਈ ਤੇ ਆਪਣੇ ਇੱਕ ਮੰਤਰੀ ਦੇ ਰਿਸਾਰਟ ਵਿੱਚ ਰੱਖੇ ਤੇ ਰਾਤ ਨੂੰ ਰਿਸਾਰਟ ਵਿੱਚ ਇਨਕਮ ਟੈਕਸ ਵਾਲੇ ਤੇ ਐਨਫੋਰਸਮੈਂਟ ਆ ਗਏ, ਲਿਆਓ ਜੀ ਤੁਹਾਡਾ ਰਿਕਾਰਡ ਚੈੱਕ ਕਰਨਾ ਜੀ, ਤੁਹਾਡੇ ਮਹਿਮਾਨ ਵੀ ਚੈੱਕ ਕਰਨੇ। ਮਹਿਮਾਨ ਕਹਿ ਕੇ ਕੱਲੇ ਐਮਐਲਏ ਨੂੰ ਪਾਸੇ ਕਰ ਕਰਕੇ ਪੁੱਛ ਦੱਸ ਕੀਤੀ ਗਈ ਵੀ ਤੇਰਾ ਇਰਾਦਾ ਕੀ ਹੈ, ਤੇ ਉਹਨਾਂ 'ਚੋਂ 2 ਤੋੜਦੇ ਸੀ। ਹੁਣ ਉਹ ਕੇਂਦਰੀ ਏਜੰਸੀਆਂ ਇਸ ਵੇਲੇ ਰਾਜਸਥਾਨ ਵਿੱਚ ਵੀ ਜਿਸ ਤਰ੍ਹਾਂ ਛਾਪੇ ਤੇ ਛਾਪਾ ਮਾਰ ਰਹੀਆਂ, ਅੱਜ ਤੱਕ ਤੇ ਅਸ਼ੋਕ ਗਹਿਲੋਤ ਦੇ ਭਰਾ ਤੇ ਛਾਪੇ ਪਏ ਨਹੀਂ ਸੀ ਜੀ। ਇੱਦਾਂ ਲੱਗਦਾ ਜਿਵੇਂ ਕੇਂਦਰੀ ਏਜੰਸੀਆਂ ਨੂੰ ਵੀ ਭਾਰਤੀ ਜਨਤਾ ਪਾਰਟੀ ਦਾ ਇੱਕ ਵਿੰਗ ਬਣਾ ਦਿੱਤਾ ਗਿਆ, ਛਾਪਾ ਮਾਰੂ ਵਿੰਗ, ਵੀ ਜਿਹਨੂੰ ਵੀ ਡਿੱਗਣਾ ਉਹਦੇ ਦੁਆਲੇ ਏਜੰਸੀਆਂ ਕਰ ਦਿਓ ਜੀ। ਇਹ ਗਲਤ ਝੁਕਾਅ, ਗਲਤ ਰੁਝਾਨ ਹੈ ਜਿਹੜਾ ਲੋਕਤੰਤਰ 'ਚ ਹੋਣਾ ਨਹੀਂ ਚਾਹੀਦਾ, ਪਰ ਇਸ ਵੇਲੇ ਸਾਫ਼ ਤੌਰ ਤੇ ਚੱਲ ਰਿਹਾ ਜੀ। ਅੱਛਾ, ਆਪਾਂ ਪੰਜਾਬ ਵਾਲੇ ਪਾਸੇ ਆਈਏ ਪੁੰਨ ਸਾਹਿਬ। ਤੇ ਆਪਾਂ 2 ਦਿਨ ਪਹਿਲਾਂ ਵੀ ਗੱਲ ਕੀਤੀ ਸੀ ਕਿ ਜਿਹੜਾ ਉਹ ਕਿਸਾਨਾਂ ਦਾ ਸੰਘਰਸ਼ ਆ ਹੋਰ ਤਿੱਖਾ ਹੋ ਗਿਆ, ਸੜਕਾਂ 'ਤੇ ਟਰੈਕਟਰ ਵੀ ਉਹਨਾਂ ਨੇ ਡੱਕੇ, ਅਤੇ ਆਸ ਇਹ ਕੀਤੀ ਜਾ ਰਹੀ ਸੀ ਵੀ ਸ਼ਾਇਦ ਇਸ ਪ੍ਰੋਟੈਸਟ ਦੇ ਨਾਲ ਕੋਈ ਫਰਕ ਪਵੇ। ਕੱਲ੍ਹ ਤੁਸੀਂ ਉਹਦੀ ਅਗਲੀ ਗੱਲ ਦੱਸੀ ਸੀ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਕਿਹਾ ਕਿ ਇੱਦਾਂ ਦੀ ਗੱਲ ਕੋਈ ਨਹੀਂ ਹੈਗੀ, ਕੈਪਟਨ ਸਾਹਿਬ ਮੇਰੇ ਨਾਲ ਚੱਲਣ ਅਤੇ ਮੈਂ ਖੇਤੀ ਮੰਤਰੀ ਦੇ ਮੂੰਹ 'ਤੇ ਕਰਾ ਦਿੰਦਾ। ਪਰ ਹੁਣ ਅੱਜ ਜਿਹੜੀ ਇਹ ਗੱਲ ਸਾਹਮਣੇ ਆਈ ਹੈ ਕਿ ਜਿਹੜਾ ਉਹ ਆਰਡੀਨੈਂਸ ਸੀਗਾ ਉਹਦਾ ਨੋਟੀਫਿਕੇਸ਼ਨ ਜਾਰੀ ਕਰਤਾ ਕੇਂਦਰ ਸਰਕਾਰ ਨੇ। ਇਹਦਾ ਮਤਲਬ ਠੱਪਾ ਲੱਗ ਗਿਆ ਜੀ, ਖੁੱਲ੍ਹੀ ਮੰਡੀ ਹੋ ਗਈ ਅਤੇ ਕਿਸਾਨਾਂ ਦਾ ਸੰਘਰਸ਼ ਪਾਸੇ ਰਹਿ ਗਿਆ। ਦੇਖੋ, ਸੁਖਬੀਰ ਸਿੰਘ ਬਾਦਲ ਦਾ ਜਿਹੜਾ ਕੱਲ੍ਹ ਵਾਲਾ ਬਿਆਨ ਸੀ ਜੀ, ਉਹਦੇ ਵਿੱਚੋਂ ਵੀ ਇਹ ਲੱਗਦਾ ਸੀ ਕਿ ਪੰਜਾਬ ਦਾ ਲੀਡਰ ਜਾਂ ਅਕਾਲੀ ਦਲ ਦਾ ਪ੍ਰਧਾਨ ਨਹੀਂ ਬੋਲਦਾ ਜੀ, ਕੇਂਦਰ ਦਾ ਏਜੰਟ ਬੋਲਦਾ। ਕਿਉਂਕਿ ਜੇ ਪੰਜਾਬ ਦਾ ਅਕਾਲੀ ਦਲ ਦਾ ਪ੍ਰਧਾਨ ਹੋਵੇ ਜਾਂ ਪੰਜਾਬ ਦਾ ਪਾਰਲੀਮੈਂਟ ਮੈਂਬਰ ਬੋਲਦਾ ਹੋਵੇ ਤਾਂ ਉਹਨੂੰ ਆਖਣਾ ਚਾਹੀਦਾ ਸੀ ਕਿ ਮੁੱਖ ਮੰਤਰੀ ਸਾਹਿਬ ਚੱਲਣ ਖੇਤੀਬਾੜੀ ਮੰਤਰੀ ਕੋਲ, ਡੈਪੂਟੇਸ਼ਨ ਬਣਾ ਲੈਣ, ਅਸੀਂ ਵੀ ਨਾਲ ਚੱਲਾਂਗੇ ਜੀ। ਇਹਨੇ ਆਖਿਆ ਜੀ ਮੁੱਖ ਮੰਤਰੀ ਮੇਰੇ ਨਾਲ ਚੱਲੇ, ਮੈਂ ਮਿਲਾ ਕੇ ਲਿਆਉਣਾ। ਮੁੱਖ ਮੰਤਰੀ ਨੂੰ ਇਹ ਮਿਲਾਉਣ ਵਾਲਾ ਕੌਣ ਹੁੰਦਾ? ਮੁੱਖ ਮੰਤਰੀ ਤਾਂ ਖੇਤੀ ਮੰਤਰੀ ਨਾਲ ਪ੍ਰੋਟੋਕੋਲ ਦੇ ਮੁਤਾਬਕ ਕਦੇ ਵੀ ਫੋਨ ਕਰਕੇ ਟਾਈਮ ਲੈ ਸਕਦਾ, ਗੱਲ ਕਰ ਸਕਦਾ ਜੀ। ਇਹਨੇ ਆਖਿਆ ਮੈਂ ਮਿਲਾ ਕੇ ਲਿਆਉਣਾ, ਆਪਾਂ ਸਪਸ਼ਟੀਕਰਨ ਉਹਨਾਂ ਤੋਂ ਲੈ ਆਉਂਦੇ। ਉਹ ਗੱਲ ਹੀ ਇੱਦਾਂ ਜਾਪਦੀ ਸੀ ਜਿਵੇਂ ਕੇਂਦਰ ਵੱਲੋਂ ਇੱਕ ਇਸ਼ਾਰੇ ਦੇ ਉੱਤੇ ਸਭ ਕੁਝ ਕੀਤਾ ਜਾ ਰਿਹਾ ਜੀ।
ਹੁਣ ਕੀ ਹੋਇਆ ਕਿ ਇਹਦੇ ਉਸ ਬਿਆਨ ਤੋਂ ਬਾਅਦ, ਕਿਸਾਨਾਂ ਦੇ ਟਰੈਕਟਰਾਂ ਵਾਲੇ ਪ੍ਰੋਟੈਸਟ ਤੋਂ ਬਾਅਦ, ਫਿਰ ਕੇਂਦਰ ਸਰਕਾਰ ਨੇ ਉਹ ਤਿੰਨੇ ਆਰਡੀਨੈਂਸ ਜਾਰੀ ਕਰ ਦਿੱਤੇ ਆ। ਉਹਨਾਂ ਤਿੰਨਾਂ ਦਾ ਤੋੜ ਨਿਚੋੜ ਇਹ ਹੈ ਕਿ ਕਿਸਾਨ ਜਿੱਥੇ ਮਰਜ਼ੀ ਜਾ ਕੇ ਤੇ ਜਦੋਂ ਮਰਜ਼ੀ ਆਪਣੀ ਫਸਲ ਵੇਚ ਸਕਦਾ। ਨਾਲ ਇਹ ਕਹਿਤਾ ਕਿ ਜੋ ਚਾਹਵੇ ਤੇ ਆਪਣੇ ਖੇਤਾਂ ਵਿੱਚ, ਆਪਣੇ ਗੋਦਾਮ ਜਿੱਥੇ ਮਰਜ਼ੀ ਵੇਚੇ, ਮੰਡੀ 'ਚ, ਆੜਤਾਂ 'ਚ ਲਿਆਉਣ ਦੀ ਲੋੜ ਨਹੀਂ ਜੀ। ਇਹਦਾ ਨਤੀਜਾ ਕੀ ਨਿਕਲਿਆ ਕਿ ਉਹ ਜਿਹੜੇ ਹੈਗੇ ਨੇ ਵਪਾਰੀ, ਉਹਦੇ ਆ ਕੇ ਖੇਤਾਂ 'ਚੋਂ, ਉਹਦੇ ਦਫ਼ਤਰਾਂ 'ਚੋਂ, ਗੋਦਾਮਾਂ 'ਚੋਂ, ਘਰ 'ਚੋਂ, ਜਿੱਥੋਂ ਮਰਜ਼ੀ ਖਰੀਦ ਕੇ ਲੈ ਜਾਣ। ਵੱਡੇ ਕਿਸਾਨਾਂ ਕੋਲ ਗੋਦਾਮ ਹੁੰਦੇ, ਛੋਟੇ ਕੋਲ ਤੇ ਵਿਚਾਰਾ ਛੋਟਾ ਜਿਹਾ ਘਰ ਹੁੰਦਾ ਜੀ, ਉੱਥੋਂ ਆ ਕੇ ਖਰੀਦ ਕੇ ਲਿਜਾ ਸਕਦੇ। ਪਹਿਲੇ ਸਾਲ ਚੰਗਾ ਰੇਟ ਦੇਣਗੇ, ਅਗਲੇ ਸਾਲ ਉਹਨੂੰ ਐ ਨਿਸਲ ਕਰਕੇ ਸੁੱਟ ਦੇਣਗੇ, ਪੱਲੇ ਕੱਖ ਨਹੀਂ ਪੈਣਾ। ਇਸੇ ਬਹਾਨੇ ਘੱਟੋ ਘੱਟ ਖਰੀਦ ਕੀਮਤ ਜਿਹੜੀ ਆ ਉਹਦਾ ਫਾਹ ਵੱਢਿਆ ਜਾਵੇਗਾ। ਕੇਂਦਰ ਸਰਕਾਰ ਇਸ ਗੱਲ ਤੇ ਵਜੇਦ ਹੈ। ਉਹਨਾਂ ਨੇ ਕਿਸਾਨਾਂ ਦੇ ਪ੍ਰੋਟੈਸਟ ਦੀ ਕੋਈ ਪਰਵਾਹ ਨਹੀਂ ਕੀਤੀ। ਹੁਣ ਮੁਸ਼ਕਲ ਇਹ ਹੈ ਕਿ ਜਦੋਂ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ, ਸਾਰੀਆਂ ਕਿਸਾਨ ਜਥੇਬੰਦੀਆਂ ਲੜਦੀਆਂ ਪਈਆਂ, ਤੇ ਜਿਹੜਾ ਕਿਸਾਨਾਂ ਲਈ ਹੁਣ ਤੱਕ ਮੋਰਚੇ ਲਾਉਂਦਾ ਰਿਹਾ ਸੀ ਅਕਾਲੀ ਦਲ ਜੀ, ਪੰਜਾਬ ਦੇ ਲੋਕਾਂ ਲਈ ਮੋਰਚੇ ਲਾਉਂਦਾ ਸੀ, ਉਹ ਇਸ ਵੇਲੇ ਕੇਂਦਰ ਸਰਕਾਰ ਦਾ ਟੂਲ ਬਣਿਆ ਪਿਆ, ਉਹਨਾਂ ਦੇ ਨਾਲ ਖਲੋਤਾ। ਇਸ ਕਰਕੇ ਸਮਝੋ ਇਹ ਕਿ ਕਿਸਾਨਾਂ ਦੀ, ਪੰਜਾਬ ਦੀਆਂ ਸਿਆਸੀ ਪਾਰਟੀਆਂ ਦੀ ਸਾਂਝੀ ਜਿਹੜੀ ਐਜੀਟੇਸ਼ਨ ਹੈ, ਉਹਨੂੰ ਇੱਥੋਂ ਪੰਜਾਬ ਦੇ ਵਿੱਚੋਂ ਘਰ 'ਚੋਂ ਸਾਬੋਤਾਜ ਕੀਤਾ ਜਾ ਰਿਹਾ। ਉਹ ਸਾਬੋਤਾਜ ਕਰਨ ਕਰਕੇ ਇਹ ਹੁਣ ਆਸ ਘੱਟ ਹੈ ਕਿ ਇਹਨਾਂ ਆਰਡੀਨੈਂਸਾਂ ਦਾ ਰਾਹ ਰੋਕਿਆ ਜਾਊ ਜੀ। ਉੱਦਾਂ ਵੀ ਮੋਦੀ ਦਾ ਪੁਰਾਣਾ ਸਿਸਟਮ ਇਹੋ ਹੀ ਆ। ਜਦੋਂ ਤੋਂ ਪ੍ਰਧਾਨ ਮੰਤਰੀ ਬਣਿਆ ਨਰਿੰਦਰ ਮੋਦੀ ਨੇ ਜਿੱਥੇ ਜਿੱਥੇ ਵੀ ਇਹੋ ਜਿਹਾ ਕਦਮ ਚੁੱਕਿਆ, ਪਾਰਲੀਮੈਂਟ ਵਿੱਚੋਂ ਵੀ ਬਹੁਤ ਸੰਮਤੀ ਉਹਦੇ ਕੋਲ ਹੈਗੀ ਆ, ਪਾਸ ਕਰਵਾ ਲੈਂਦਾ। ਪਰ ਜ਼ਿੱਦੀ ਇੰਨਾ ਕਿ ਜਿਹੜੀ ਗੱਲ ਉਹ ਕਰ ਲਵੇ ਉਹਨੂੰ ਲਾਗੂ ਕਰਨ ਜਾਂਦਾ। ਅਸੀਂ ਇਹ ਸਮਝੀਏ ਕਿ ਕਿਸਾਨੀ ਦੇ ਵਾਸਤੇ ਮੁਸ਼ਕਲਾਂ ਦੀ ਇੱਕ ਨਵੀਂ ਪੰਡ ਉਹਨੇ ਲੱਦ ਦਿੱਤੀ ਆ ਜੀ। ਇਹਦੇ 'ਚੋਂ ਕਿੰਨੇ ਲੋਕ ਖੁਦਕੁਸ਼ੀਆਂ ਕਰਨਗੇ ਪਤਾ ਨਹੀਂ। ਇਹਦੇ ਬੰਨੂ ਸਾਹਿਬ ਮੇਰਾ ਖਿਆਲ ਉਹ ਨਿਤਨ ਗਡਕਰੀ ਹੋਰਾਂ ਦਾ ਜਿਹੜਾ ਪਹਿਲਾਂ ਬਿਆਨ ਆਇਆ ਸੀ, ਹੁਣ ਭਾਵੇਂ ਅਕਾਲੀ ਦਲ ਜੋ ਮਰਜ਼ੀ ਆਖੀ ਜਾਵੇ, ਕੇਂਦਰ ਸਰਕਾਰ ਜੋ ਮਰਜ਼ੀ ਆਖੀ ਜਾਵੇ, ਉਹ ਸੱਚ ਹੌਲੀ ਹੌਲੀ ਫਿਰ ਸਾਹਮਣੇ ਆ ਜਾਊਗਾ, ਜਿਹਦੇ 'ਚ ਉਹਨੇ ਕਿਹਾ ਵੀ ਜਿਹੜੀ MSP ਉਹਦਾ ਕਰਕੇ ਮਹਿੰਗਾਈ ਵੱਧਦੀ। ਇਹ ਗੱਲ ਬਿਲਕੁਲ ਠੀਕ ਹੈ। ਉਹਨੇ ਉਦੋਂ ਇਹ ਕਿਹਾ ਸੀ ਜੀ ਕਿ MSP ਜਿਹੜੀ ਆ, ਘੱਟੋ ਘੱਟ ਖਰੀਦ ਕੀਮਤ ਅਸੀਂ ਕਿਸਾਨਾਂ ਨੂੰ ਦਿੰਦੇ ਪਏ ਹਾਂ, ਉਹ ਮੰਡੀ ਦੇ ਰੇਟ ਨਾਲੋਂ ਵੱਧ ਦੇ ਰਹੇ, ਇਸ ਕਰਕੇ ਮਹਿੰਗਾਈ ਵੱਧਦੀ ਹੈ ਜੀ। ਤੇ ਉਹਦੇ ਇਸ ਗੱਲ ਦੇ ਨਾਲ ਹੀ ਪਤਾ ਲੱਗ ਗਿਆ ਸੀ ਕਿ ਕੇਂਦਰ ਸਰਕਾਰ ਉਸ ਘੱਟੋ ਘੱਟ ਖਰੀਦ ਕੀਮਤ ਦਾ ਫਾਹ ਵੱਢਣਾ ਚਾਹੁੰਦੀ ਹੈ। ਤੇ ਉਹ ਆਰਡੀਨੈਂਸਾਂ ਦਾ ਪਹਿਲਾਂ ਹੀ ਅਸੀਂ ਤਾਂ ਕਹਿੰਦੇ ਸਾਂ ਕਿ ਇਹਦਾ ਮਕਸਦ ਇਹੋ ਹੀ ਆ। ਹੁਣ ਜਦੋਂ ਆ ਸਭ ਕੁਝ ਹੋ ਗਿਆ, ਆਰਡੀਨੈਂਸ ਦੇ ਬਾਅਦ ਉਹਦਾ ਨੋਟੀਫਿਕੇਸ਼ਨ ਵੀ ਜਾਰੀ ਹੋ ਗਿਆ ਕਿ ਲਾਗੂ ਕਰੋ, ਤੇ ਸਾਫ਼ ਹੈ ਕਿ ਨਿਤਨ ਗਡਕਰੀ ਜਿਹੜਾ ਆਪ ਨਹੀਂ ਸੀ ਬੋਲਦਾ, ਉਹਦੇ ਪਿੱਛੇ ਪਾਰਟੀ ਦੀ ਤੇ ਉਹਦੇ ਵੱਡੇ ਮਾਲਕਾਂ ਦੀ ਸੋਚ ਬੋਲਦੀ ਸੀ ਜੀ। ਉਹ ਸਾਰਾ ਕੁਝ ਲਾਗੂ ਹੋਣ ਲੱਗ ਪਿਆ। ਬਸ ਇੱਕ ਛੋਟੀ ਜਿਹੀ ਗੱਲ ਮੈਂ ਪੁੱਛ ਕੇ ਅੱਗੇ ਵਧਦਾ ਕਿ ਜਿਹੜੀ ਹੁਣ ਜਿਹੜਾ ਝੋਨਾ ਬਾਸਮਤੀ, ਜੇ ਮੰਨ ਲਓ ਅੱਜ ਛੜਾ ਕੇ ਤੁਹਾਨੂੰ 30 ਰੁਪਏ ਕਿਲੋ ਵੀ ਪੈਂਦਾ, ਤੇ ਉਹਦੇ ਜਦੋਂ ਠੱਪਾ ਲਾ ਕੇ ਤੇ ਚੌਲ ਅਗਲੇ 70 75 ਤੇ 100 100 ਸਵਾ 100 ਰੁਪਏ ਕਿਲੋ ਵੇਚਦੇ ਆ, ਉਹ ਫਿਰ ਪੈਸੇ ਦਾ ਗੈਪ ਜਿਹੜਾ ਉਹ ਗਡਕਰੀ ਸਾਹਿਬ ਨੂੰ ਨਜ਼ਰ ਨਹੀਂ ਆਉਂਦਾ ਜਾਂ ਮੋਦੀ ਸਾਹਿਬ ਨੂੰ ਨਜ਼ਰ ਨਹੀਂ ਆਉਂਦਾ? ਨਹੀਂ, ਉਹ ਉਹਨਾਂ ਨੂੰ ਇਸ ਕਰਕੇ ਨਜ਼ਰ ਨਹੀਂ ਆਉਣਾ ਕਿ ਕੱਲ੍ਹ ਨੂੰ ਚੋਣਾਂ ਵਾਸਤੇ ਫੰਡ ਵੀ ਤੇ ਲੈਣੇ ਹੁੰਦੇ ਆ ਜੀ। ਫੰਡ ਇੱਥੇ ਪਿੰਡ ਵਿੱਚ ਬੈਠੇ ਕਿਸੇ ਕਿਸਾਨ ਤੇਜਾ ਸੋਹ ਨੇ ਨਹੀਂ ਦੇਣੇ ਜੀ, ਯੂਪੀ ਦੇ ਕਿਸੇ ਕਿਸਾਨ ਤਿਲਕਰਾਜ ਨੇ ਨਹੀਂ ਦੇਣੇ। ਫੰਡ ਤਾਂ ਵੱਡੇ ਵਪਾਰੀਆਂ ਨੇ, ਵੱਡੇ ਕਾਰੋਬਾਰੀਆਂ ਨੇ, ਵੱਡੇ ਕਾਰਖਾਨਿਆਂ ਵਾਲਿਆਂ ਨੇ, ਕਾਰਪੋਰੇਟ ਘਰਾਣਿਆਂ ਨੇ ਦੇਣੇ ਆ ਜੀ। ਤੇ ਜਿਹੜੇ ਕਾਰਪੋਰੇਟ ਘਰਾਣੇ ਆ ਉਹ ਵੀ ਅੱਜ ਕੱਲ੍ਹ ਤੁਸੀਂ ਵੇਖਿਆ, ਕਈ ਕਾਰਪੋਰੇਟ ਘਰਾਣਿਆਂ ਨੇ ਇੱਥੇ ਆ ਕੇ ਰਿਟੇਲ ਦੀਆਂ ਦੁਕਾਨਾਂ ਵੀ ਖੋਲ੍ਹ ਦਿੱਤੀਆਂ ਨੇ ਜੀ। ਜੀ ਸਾਰੇ ਦੇਸ਼ ਵਿੱਚ ਰਿਟੇਲ ਦੀਆਂ ਦੁਕਾਨਾਂ ਦਾ ਬਿਜ਼ਨਸ ਉਹ ਵੀ ਕਾਰਪੋਰੇਟਾਈਜ਼ ਕਰਤਾ। ਇਸੇ ਤਰ੍ਹਾਂ ਹੀ ਉਹ ਕਿਸਾਨਾਂ ਦੀ ਫਸਲ ਨੂੰ ਖਰੀਦਣ ਦਾ ਕੰਮ ਹੀ ਕਾਰਪੋਰੇਟਾਈਜ਼ ਕਰਨਗੇ। ਉਹਦਾ ਸਿੱਟਾ ਜੋ ਨਿਕਲਣਾ ਉਹ ਕਿਸਾਨ ਮਾਰੂ ਸਾਬਤ ਹੋਵੇਗਾ। ਬਿਲਕੁਲ ਸਹੀ। ਆਪਾਂ ਪੰਜਾਬ ਦੀ ਗੱਲ ਕਰ ਰਹੇ ਸੀ, ਤੇ ਅਗਲੀ ਕਿਸ਼ਤ ਹੁਣ ਜਿਹੜੀ ਇਹ ਪਿਛਲੇ ਸਮੇਂ 'ਚ ਡੇਰਾ ਸੱਚਾ ਸੌਦਾ ਤੇ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਤੇ ਜਿਹੜੇ ਦੋਸ਼ ਬੀਬੀ ਵੀਰਪਾਲ ਕੌਰ ਨੇ ਲਾਏ ਸੀ, ਉਹਦੀ ਅਗਲੀ ਕਿਸ਼ਤ ਇਹ ਹੁਣ ਸਾਹਮਣੇ ਆਈ ਹੈ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਸ਼ਾਇਦ ਨੋਟਿਸ ਭੇਜਿਆ ਉਹ ਚੈਨਲ ਨੂੰ ਵੀ ਤੇ ਉਹ ਬੀਬੀ ਨੂੰ ਵੀ ਕਿ ਵੀ ਇਹਨਾਂ ਨੇ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਹ ਪੋਸ਼ਾਕ ਵਾਲੀ ਕੋਈ ਗੱਲ ਨਹੀਂ ਹੈਗੀ, ਕਿਉਂਕਿ ਜਿਹੜੇ ਉਹ ਸ਼ਸ਼ੀਕਾਂਤ ਹੁਰੀ ਸਾਬਕਾ DGP, ਉਹ ਤੇ ਬੰਦਾ ਮੁੱਕਰ ਗਿਆ, ਉਹ ਕਹਿੰਦੇ ਵੀ ਮੈਂ ਕਿਹਾ ਨਹੀਂ। ਇਹ ਹੁਣ ਕਹਾਣੀ ਕਿੱਧਰ ਨੂੰ ਜਾਊਗੀ ਜਿਹੜਾ ਕੇਸੋ ਕੇਸ ਹੀ ਹੋਣ ਲੱਗ ਪਿਆ ਆਪਸ 'ਚ? ਦੇਖੋ, ਸਾਬਕਾ DGP ਸ਼ਸ਼ੀਕਾਂਤ ਉਸ ਵਕਤ ਬਹੁਤ ਭੜਕਿਆ ਸੀ ਇਹਨਾਂ ਦੇ ਖਿਲਾਫ ਜੀ। ਉਹਨੇ ਸਾਰਾ ਕੁਝ TV ਚੈਨਲਾਂ ਤੇ ਵੀ ਆਖਿਆ ਸੀ, ਪਬਲਿਕਲੀ ਵੀ ਇਹਨਾਂ ਦੇ ਖਿਲਾਫ ਆਖਿਆ ਸੀ। ਅੱਜ ਉਹ ਪਿੱਛੇ ਕਿਉਂ ਹਟ ਗਿਆ ਪਤਾ ਨਹੀਂ, ਉਹਦੇ ਉੱਤੇ ਕਿਹਦਾ ਦਬਾਅ। ਉਹਦੇ ਬਾਰੇ 'ਚ TV ਚੈਨਲਾਂ ਕੋਲ ਵੀ ਰਿਕਾਰਡਿੰਗ ਪਈ ਹੈ, ਜਿਨ੍ਹਾਂ ਲੋਕਾਂ ਸੁਣਿਆ ਉਹਨਾਂ 'ਚੋਂ ਵੀ ਕਈਆਂ ਕੋਲ ਪਈ ਹੈ ਜੀ। ਅਗਲੀ ਗੱਲ ਇਹ ਆ ਕਿ ਚੰਡੀਗੜ੍ਹੋਂ ਸ਼ਬਦ ਇੱਕ ਅਖਬਾਰ ਨੇ ਇੱਕ ਪੂਰੇ ਸਫ਼ੇ ਦਾ ਲੇਖ ਲਿਖਿਆ, ਜਿਹਦੇ ਵਿੱਚ ਸ਼ਸ਼ੀਕਾਂਤ ਦਾ ਵੀ ਜ਼ਿਕਰ ਕੀਤਾ ਕਿ ਨੇ ਆਹ ਆਖਿਆ ਸੀ ਤੇ ਹੁਣ ਇਹਦਾ ਆਹ ਸਟੈਂਡ ਹੈ ਜੀ। ਉਹ ਸਭ ਕੁਝ ਸ਼ਸ਼ੀਕਾਂਤ ਨੂੰ ਪਾਸੇ ਰਹਿਣ ਦਿਓ। ਹੁਣ ਸੁਖਬੀਰ ਸਿੰਘ ਬਾਦਲ ਨੇ ਇੱਕ ਨੋਟਿਸ ਜਾਰੀ ਕੀਤਾ ਉਸ TV ਚੈਨਲ ਨੂੰ ਜਿਹਨੇ ਸੱਚੇ ਸੌਦੇ ਵਾਲੀ ਬੀਬੀ ਵੀਰਪਾਲ ਕੌਰ ਦੀ ਇੰਟਰਵਿਊ ਕੀਤੀ ਹੈ ਜੀ। ਜਿਹੜੇ ਪੱਤਰਕਾਰ ਨੇ ਉਹ ਇੰਟਰਵਿਊ ਲਈ ਆ TV ਚੈਨਲ ਵੱਲੋਂ, ਉਹਨੂੰ ਵੀ ਨੋਟਿਸ ਜਾਰੀ ਕੀਤਾ ਤੇ ਉਸ ਬੀਬੀ ਨੂੰ ਵੀ।
ਉਸ ਨੋਟਿਸ ਵਿੱਚ ਇਹ ਆਖਿਆ ਕਿ ਮੇਰੀ ਬਦਨਾਮੀ ਕੀਤੀ ਗਈ ਹੈ, ਮੇਰੀ ਮਾਣਹਾਨੀ ਕੀਤੀ ਗਈ ਹੈ, ਮਾਫੀ ਮੰਗਣ। ਉਹ ਮਾਫੀ ਮੰਗਦੇ ਕਿ ਨਹੀਂ ਮੰਗਦੇ ਮੈਨੂੰ ਪਤਾ ਨਹੀਂ। ਬਹੁਤ ਸਾਰੀਆਂ ਗੱਲਾਂ ਇਹੋ ਜਿਹੀਆਂ ਜਿਹੜੀਆਂ ਗਲੀ ਗਲੀ ਚਰਚਾ ਦਾ ਵਿਸ਼ਾ ਨੇ ਜੀ। ਉਹ ਬੀਬੀ ਜਿਹੜੀਆਂ ਗੱਲਾਂ ਉਸ ਤੋਂ ਬਾਅਦ ਵੀ ਉਹਨੇ ਇੱਕ ਇੰਟਰਵਿਊ ਹੋਰ ਦੇ ਦਿੱਤੀ ਹੈ, ਉਹਨਾਂ 'ਚ ਬਹੁਤ ਕੁਝ ਕਹਿ ਰਹੀ ਹੈ। ਕਿਹੜੀਆਂ ਕਿਹੜੀਆਂ ਗੱਲਾਂ ਦਾ ਜਵਾਬ ਦੇਣਗੇ ਜੀ। ਜਿੰਨਾ ਕੁਝ ਇਹਨਾਂ ਬਾਰੇ ਕਿਹਾ ਜਾ ਰਿਹਾ। ਹੁਣ ਜਿਹੜਾ ਅੰਮ੍ਰਿਤਸਰ ਦੇ ਵਿੱਚ 267 ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਜਿਹੜੀਆਂ ਨੇ ਜੀ, ਉਹ ਸੜ ਗਈਆਂ, ਧੁਆਂਕੀਆਂ ਗਈਆਂ, ਜੋ ਵੀ ਹੋ ਗਿਆ, ਅਜੇ ਤੱਕ ਇਹ ਸਿਰਫ ਉਹਨਾਂ ਨੂੰ ਗਾਇਬ ਕਹਿੰਦੇ ਆ। ਉਸ ਵਕਤ ਦਾ ਜਿਹੜਾ ਸੁਪਰਵਾਈਜ਼ਰ ਸੀ ਉਹ ਸਾਫ਼ ਬੋਲੀ 'ਚ ਕਹਿਣ ਡਿਆ ਕਿ ਉਦੋਂ ਇਹ ਆਏ ਸੀ ਤੇ ਸੁਖਬੀਰ ਸਿੰਘ ਬਾਦਲ ਦਾ ਨਾਂ ਤੇ ਉਹ ਵੀ ਲਈ ਜਾਂਦਾ, ਫਿਰ ਇੱਕ ਨੋਟਿਸ ਉਹਨੂੰ ਵੀ ਜਾਰੀ ਕਰ ਦਿਓ। ਕਿਹਨੂੰ ਕਿਹਨੂੰ ਕਰਨਗੇ ਨੋਟਿਸ? ਬਹੁਤ ਸਾਰੇ ਮਾਮਲਿਆਂ 'ਚ ਬਣਦੇ ਜੀ। ਸੁਖਬੀਰ ਸਿੰਘ ਬਾਦਲ ਕੀ ਹੁਣ ਰਾਜਸੀ ਲੜਾਈ ਛੱਡ ਕੇ ਕਾਨੂੰਨੀ ਨੋਟਿਸਾਂ ਤੇ ਆ ਜਾਵੇਗਾ? ਇਹ ਜਿਹੜੇ ਪਾਸੇ ਨੇ ਤੁਰ ਪਏ ਆ, ਇਹਨਾਂ ਨੋਟਿਸਾਂ ਦੇ ਵਿੱਚੋਂ, ਇਹ ਸਾਰੇ ਕੁਝ ਦੇ ਵਿੱਚੋਂ ਇਹਨਾਂ ਦੇ ਪੱਲੇ ਕੱਖ ਪੈਣਾ ਨਹੀਂ। ਉਲਟਾ ਸਗੋਂ ਹੋਵੇਗਾ ਇਹ ਕਿ ਜਿਹੜੇ ਦੱਬੇ ਮੁਰਦੇ ਆ ਪੁੱਟੇ ਜਾਣਗੇ। ਬਹੁਤ ਸਾਰੇ ਲੋਕਾਂ ਕੋਲ ਇੱਥੇ ਬੜਾ ਕੁਛ ਆ। ਇਹ ਵੀ ਸਵਾਲ ਉੱਠ ਪਏਗਾ ਕਿ ਬਠਿੰਡੇ ਦੇ ਇੱਕ ਥਾਣੇਦਾਰ ਦੀ ਜੁਰਤ ਕੀ ਸੀ 2012 ਦੀਆਂ ਚੋਣਾਂ ਤੋਂ 2 ਦਿਨ ਪਹਿਲਾਂ ਰਾਤ ਨੂੰ ਜਾ ਕੇ ਤੇ ਅਦਾਲਤ ਵਿੱਚ ਅਰਜੀ ਦੇ ਦੇ ਕਿ ਮਦਈ ਨੇ ਜੀ ਕੇਸ ਵਾਪਸ ਲੈ ਲਿਆ ਤੇ ਅਸੀਂ ਸੱਚੇ ਸੌਦੇ ਵਾਲੇ ਬਾਬੇ ਨੂੰ ਛੱਡ ਰਹੇ ਹਾਂ ਜੀ। ਇਹ ਸਵਾਲ ਤਾਂ ਇਹ ਵੀ ਉੱਠਣਾ ਕਿ ਉਹ ਜਿਹੜਾ ਗਿਆਨੀ ਗੁਰਮੁਖ ਸਿੰਘ ਸੀ, ਉਂਝ ਤੇ ਉਹ ਬਹੁਤਾ ਹੀ ਗੁਰਮੁਖ ਬੰਦਾ ਨਿਕਲਿਆ ਕਿ ਪਹਿਲਾਂ ਉਹਨੇ ਟੀਵੀ ਇੰਟਰਵਿਊ ਦਿੱਤੀਆਂ ਲੋਕਾਂ ਸਾਹਮਣੇ ਕਿ ਸਾਨੂੰ ਸੱਦ ਕੇ ਜੀ ਸਿੰਘ ਸਾਹਿਬਾਨ ਨੂੰ ਉੱਥੇ ਚੰਡੀਗੜ੍ਹ ਵਾਲੀ ਕੋਠੀ 'ਚ, ਤੇ ਵੱਡੇ ਬਾਦਲ ਸਾਹਿਬ ਨੇ ਆਖਿਆ ਕਾਕਾ ਜੀ ਦੀ ਗੱਲ ਸੁਣੋ, ਤੇ ਕਾਕਾ ਜੀ ਨੇ ਇੱਕ ਰੁੱਕਾ ਲਿਖਿਆ, ਸਾਨੂੰ ਫੜਾ ਕੇ ਆਖਿਆ ਇਹਨੂੰ ਭਲਕੇ ਜਾ ਕੇ ਹੁਕਮਨਾਮਾ ਬਣਾ ਦਿਓ। ਤੇ ਅਸੀਂ ਬਾਅਦ ਵਿੱਚ ਵੱਡੇ ਬਾਦਲ ਸਾਹਿਬ ਨੂੰ ਮਿਲ ਕੇ ਆਖਿਆ ਸੀ, ਬਾਦਲ ਸਾਹਿਬ ਅਸੀਂ ਤੁਹਾਡੇ ਕਿਸੇ ਹੁਕਮ ਤੋਂ ਨਾਬਰ ਨਹੀਂ, ਅਸੀਂ ਤੁਹਾਡੀ ਗੱਲ ਮੰਨਣ ਨੂੰ ਤਿਆਰ ਹਾਂ, ਪਰ ਇੱਦਾਂ ਕਿ ਜਿਹੜੀ ਇਹੋ ਜਿਹੀ ਗੱਲ ਕਰਨੀ ਹੁੰਦੀ ਆ ਕਿਸੇ ਹੋਰ ਥਾਂ ਕਰ ਲਿਆ ਕਰੋ, ਸਾਨੂੰ ਸਰਕਾਰੀ ਕੋਠੀਆਂ 'ਚ ਨਾ ਸੱਦਿਆ ਕਰੋ ਜੀ। ਹੁਣ ਉਹ ਜਿਹੜੀਆਂ ਗੱਲਾਂ ਉਹਨੇ ਆਖੀਆਂ ਸੀ, ਬਾਅਦ ਵਿੱਚ ਜਦੋਂ ਉਹਨੂੰ ਵੀ ਉਹਦੇ ਨੇੜੇ ਦੇ ਰਿਸ਼ਤੇਦਾਰਾਂ ਨੂੰ ਵੀ ਸ਼੍ਰੋਮਣੀ ਕਮੇਟੀ 'ਚੋਂ ਇੱਧਰੋਂ ਉੱਧਰ ਬਿਸਤਰੇ ਚੁਕਾਏ ਗਏ ਤੇ ਉਹ ਵਾਪਸ ਚਲਾ ਗਿਆ। ਇੰਟਰਵਿਊ ਤਾਂ ਉਹਦੀਆਂ ਵੀ ਪਈਆਂ ਨੇ, ਕਿੰਨੀਆਂ ਕਿਸਮ ਦੀਆਂ ਇੰਟਰਵਿਊ ਨੇ ਜੀ। ਖੈਰ ਸੁਖਬੀਰ ਸਿੰਘ ਬਾਦਲ ਜਾਣੇ ਤੇ ਬੀਬੀ ਵੀਰਪਾਲ ਕੌਰ ਜਾਣੇ, ਉਹ ਬੀਬੀ ਹੁਣ ਤੱਕ ਕਿਉਂ ਨਹੀਂ ਇਹਨਾਂ ਮੁੱਦਿਆਂ ਤੇ ਬੋਲੀ ਤੇ ਹੁਣ ਕਿਉਂ ਬੋਲੀ, ਜਾਂ ਉਹ ਕਿਹੜੇ ਹਾਲਾਤ ਸੀ ਜਿਨ੍ਹਾਂ ਨੇ ਬੀਬੀ ਨੂੰ ਬੋਲਣ ਵਾਸਤੇ ਮਜਬੂਰ ਕਰ ਦਿੱਤਾ। ਉਹ ਸਾਰਾ ਕੁਝ ਹੌਲੀ ਹੌਲੀ ਜਨਤਾ ਦੀ ਕਚਹਿਰੀ 'ਚ ਆ ਜਾਏਗਾ। ਆ ਕੇਸ ਕਰ ਦਿੱਤਾ ਗਿਆ, ਇਸ ਕੇਸ ਨੇ ਵੀ ਕਈ ਕੁਝ ਕੱਢ ਕੇ ਲੈ ਆਉਣਾ, ਪੱਤਰਕਾਰ ਵੀ ਸਾਰੇ ਲੱਗੇ ਪਏ ਆ। ਉਸ ਬੀਬੀ ਵੀਰਪਾਲ ਕੌਰ ਦੀ ਜਿਹੜੀ ਇੰਟਰਵਿਊ ਆ, ਵੀਰਪਾਲ ਦੇ ਕੋਲ ਵੀ ਜਾ ਰਹੇ ਨੇ, ਇਹਦੇ ਜਵਾਬ ਦੀ ਥਾਂ ਦੇ ਉੱਤੇ ਦੂਸਰੇ ਪਾਸੇ ਸੱਚੇ ਸੌਦੇ ਵਿੱਚ ਵੀ ਜਾ ਰਹੇ ਨੇ ਜੀ। ਕਿਉਂਕਿ ਬੀਬੀ ਵੀਰਪਾਲ ਕੌਰ ਕੱਲਾ ਸੁਖਬੀਰ ਸਿੰਘ ਬਾਦਲ ਤੇ ਇਹਨਾਂ ਦੇ ਪਰਿਵਾਰ ਦੇ ਉੱਤੇ ਹੀ ਦੋਸ਼ ਨਹੀਂ ਲਾਉਂਦੀ, ਉਹ ਤਾਂ ਸੱਚੇ ਸੌਦੇ ਵਾਲਿਆਂ ਦੇ ਉੱਤੇ ਵੀ ਦੋਸ਼ ਲਾਉਂਦੀ ਪਈ ਹੈ ਕਿ ਕਿਹੜੇ ਕਿਹੜੇ ਹਾਲਾਤ ਵਿੱਚ ਕੌਣ ਕੌਣ ਉੱਥੇ ਅੱਗੇ ਆ ਗਿਆ, ਜਿਹੜੇ ਕਿਸੇ ਗਿਣਤੀ 'ਚ ਨਹੀਂ ਸਨ ਹੁੰਦੇ। ਉਹ ਅੱਜ ਡੇਰੇ ਦੇ ਮੁਖੀ ਬਣੇ ਬੈਠੇ ਆ, ਕਾਰਜਕਾਰੀ ਬਣੇ ਬੈਠੇ ਨੇ, ਤੇ ਉਹ ਕਹਿੰਦੀ ਆ ਕਿ ਉੱਤੋਂ ਤਾਂ ਯਤਨ ਕੀਤਾ ਜਾ ਰਿਹਾ ਵਿਖਾਵੇ ਲਈ ਕਿ ਅਸੀਂ ਬਾਬੇ ਨੂੰ ਰਿਹਾ ਕਰਾਉਣਾ ਚਾਹੁੰਦੇ ਹਾਂ, ਜੇਲ੍ਹ ਤੋਂ ਕੱਢਣਾ ਚਾਹੁੰਦੇ ਹਾਂ, ਪਰ ਵਿੱਚੋਂ ਯਤਨ ਇਹ ਆ ਕਿ ਬਾਬਾ ਕਿਤੇ ਜੇਲ੍ਹ 'ਚੋਂ ਨਿਕਲ ਨਾ ਆਉਂਦਾ ਹੋਵੇ। ਜੇ ਨਿਕਲ ਆਇਆ ਤੇ ਜਿਹੜਾ ਸਾਡਾ ਰੋਹਬ ਦਾਬਿਆ ਉਹ ਖਤਮ ਹੋ ਜਾਣਾ। ਦੋਸ਼ ਤਾਂ ਇੱਥੋਂ ਤੱਕ ਵੀ ਲੱਗਦੇ ਪਏ ਆ ਕਿ ਬਾਬੇ ਦਾ ਕੇਸ ਲੜਨ ਵਾਸਤੇ ਪਤਾ ਨਹੀਂ ਕਿੱਥੋਂ ਕਿੱਥੋਂ ਕਿੰਨੇ ਕਰੋੜ ਰੁਪਈਆ ਇਕੱਠਾ ਕੀਤਾ ਗਿਆ, ਉਹ ਕਿਹਨੇ ਕੀਤਾ, ਕਿੱਥੇ ਗਿਆ। ਇਹ ਜੇ ਸਾਰੀਆਂ ਚਰਚਾ ਚੱਲਦੀਆਂ ਨੇ। ਡੇਰੇ ਦੇ ਵਿੱਚ ਅੰਦਰੂਨੀ ਧੜੇਬੰਦੀ ਵੀ, ਕਬਜ਼ੇ ਦੀ ਲੜਾਈ ਵੀ ਚੱਲਦੀ ਆ। ਉਹ ਸਾਰੀਆਂ ਗੱਲਾਂ ਦੇ ਬਾਰੇ ਡੇਰੇ ਦੀ ਜਿਹੜੀ ਇਸ ਵੇਲੇ ਕਮੇਟੀ ਆ, ਉਹਨਾਂ ਵੱਲੋਂ ਸਪਸ਼ਟੀਕਰਨ ਵੀ 2 ਵਾਰ ਆ ਚੁੱਕਾ। ਸਪਸ਼ਟੀਕਰਨ ਦੇ ਬਾਵਜੂਦ ਸਥਿਤੀ ਤਾਂ ਸਪਸ਼ਟ ਹੋਈ ਨਹੀਂ, ਲੋਕਾਂ ਦੇ ਮਨਾਂ 'ਚ ਤੇ ਅਜੇ ਵੀ ਕਈ ਕਿਸਮ ਦੇ ਸੰਸ਼ੇ ਆ। ਇਹ ਹੁਣ ਸੁਖਬੀਰ ਸਿੰਘ ਬਾਦਲ ਦੇ ਨੋਟਿਸ ਤੋਂ ਬਾਅਦ ਜਦੋਂ ਗੱਲ ਅੱਗੇ ਤੁਰੀ ਤੇ ਪਤਾ ਨਹੀਂ ਕਿੱਥੋਂ ਤੱਕ ਜਾਵੇਗੀ। ਇਹ ਮਾਮਲਾ ਐਡੀ ਛੇਤੀ ਮੁੱਕਣ ਵਾਲਾ ਨਹੀਂ ਕਿ ਇੱਕ ਅੱਧੇ ਨੋਟਿਸ ਦੇ ਉੱਤੇ ਜਾ ਕੇ ਗੱਲ ਖਤਮ ਹੋ ਜਾਵੇ। ਉਪਰ ਸਭ ਇਦਾਂ ਨਹੀਂ ਲੱਗਦਾ ਕਿ ਕੁਝ ਮੁੱਦੇ ਜਿਹੜੇ ਉਹਨਾਂ ਨੂੰ ਲਮਕਾ ਲਿਆ ਜਾਂਦਾ। ਹੁਣ ਬਾਬੇ ਤਾਂ ਕਈ ਅੰਦਰ ਕੀਤੇ, ਜਿੱਦਾਂ ਇੱਕ ਆਸਾਰਾਮ ਸੀਗਾ, ਉਹਦੇ ਤੱਕ ਉਹਦੇ ਚਰਨਾਂ 'ਚ ਵੀ ਤੇ ਸਾਰੇ ਡਿੱਗਦੇ ਸੀ, ਪਰ ਉਹਦੇ ਡੇਰੇ ਦੀ ਕੋਈ ਰੌਲਾ ਨਹੀਂ। ਇਹ ਕੋਈ ਜਿਹੜਾ ਖੀਰ ਵਾਲਾ ਬਾਬਾ ਸੀਗਾ ਰਾਮਪਾਲ, ਉਹ ਵੀ ਅੰਦਰ ਕੀਤਾ ਜੀ, ਉਹਦਾ ਵੀ ਕੋਈ ਬਹੁਤਾ ਰੌਲਾ ਨਹੀਂ ਹੈਗਾ। ਦੇਖੋ ਆਸਾਰਾਮ ਨੂੰ ਤਾਂ ਸਜ਼ਾ ਹੋ ਗਈ ਹੈ, ਨਹੀਂ ਪਰ ਸਜ਼ਾ ਤਾਂ ਇਹਨੂੰ ਵੀ ਹੋ ਗਈ, ਪਰ ਇਹ ਖਬਰਾਂ 'ਚ ਕਿਉਂ ਡੇਰਾ? ਮੇਰਾ ਸਵਾਲ ਇਹ ਆ ਕਿ ਵੀ ਕਿਤੇ ਰਾਜਨੀਤੀ ਦਾ ਨਹੀਂ, ਗਾਂ ਵੋਟਾਂ ਵਾਟਾਂ ਆਉਣ ਵਾਲੀਆਂ ਤੇ ਮਾਮਲਾ ਥੋੜਾ ਤੱਤਾ ਕਰ ਰੱਖੀਏ। ਦੇਖੋ ਉੱਥੋਂ ਕਈ ਕੁਛ ਨਿਕਲ ਸਕਦਾ। ਜੇ ਉਸ ਬਾਬੇ ਦੇ ਡੇਰੇ ਤੇ ਸਿਰਸੇ ਵਿੱਚ ਕਬਜ਼ਾ ਹੋਇਆ ਪਿਆ ਜੀ, ਜਾਂ ਕਬਜ਼ਾ ਕਰਨ ਦਾ ਯਤਨ ਹੋ ਰਿਹਾ, ਦੋਵਾਂ 'ਚ ਜੋ ਵੀ ਹੋਵੇ, ਤੇ ਉੱਥੋਂ ਦੀ ਸਰਕਾਰ ਦੀ ਮਰਜ਼ੀ ਤੋਂ ਬਗੈਰ ਤਾਂ ਨਹੀਂ ਹੋ ਸਕਦਾ ਜੀ। ਜਿਹੜੀ ਸਰਕਾਰ ਇਹੋ ਜਿਹੇ ਪ੍ਰਬੰਧ ਕਰ ਸਕਦੀ ਹੈ ਕਿ ਉਸ ਬਾਬੇ ਨੂੰ ਉੱਥੇ ਪੰਚਕੂਲੇ ਦੇ ਵਿੱਚ ਅਦਾਲਤ ਦੇ ਬਾਹਰ ਅੱਗਾਂ ਲੱਗੀਆਂ ਹੋਣ, ਉਹਨਾਂ 'ਚੋਂ ਕੱਢ ਕੇ ਫੌਜੀ ਛਾਉਣੀ 'ਚ ਲੈ ਜੇ, ਹੈਲੀਕਾਪਟਰ ਦੇ ਉੱਤੇ ਲੱਦ ਕੇ ਰੋਹਤਕ ਦੀ ਜੇਲ੍ਹ ਵਿੱਚ ਪਹੁੰਚਾ ਦੇਵੇ, ਉਹ ਤਾਂ ਪਹੁੰਚਾ ਸਕਦੀ ਸੀ। ਪਰ ਹਨੀਪ੍ਰੀਤ ਉਸ ਦਿਨ ਹੈਲੀਕਾਪਟਰ 'ਚ ਉਹਦੇ ਨਾਲ ਕਿਹੜੀ ਕਪੈਸਿਟੀ 'ਚ ਗਈ? ਕੀ ਇਹ ਸਰਕਾਰੀ ਅਧਿਕਾਰੀ ਸੀ, ਸਿਕਿਉਰਿਟੀ ਵਾਲੀ ਸੀ, ਇਹਦਾ ਕੋਈ ਸਰਕਾਰੀ ਰੁਤਬਾ ਸੀ, ਜਾਂ ਇਹ ਦੋਸ਼ੀ ਸੀ, ਜਾਂ ਇਹ ਇਹਦੇ ਖਿਲਾਫ ਮਦਈ ਸੀ? ਦੋਵਾਂ 'ਚੋਂ ਕੀ ਸੀ? ਕਿਸੇ ਨੂੰ ਪਤਾ ਹੀ ਨਹੀਂ ਲੱਗਾ ਅਜੇ ਤੱਕ।
ਜੀ। ਤੇ ਉਹ ਜੇ ਫਿਰ ਉਹ ਹੈਲੀਕਾਪਟਰ ਨੂੰ ਪੰਚਕੂਲੇ ਛੱਡਣ ਵਾਸਤੇ ਕਿਉਂ ਆਇਆ? ਉਹ ਜੋ ਕੁਛ ਇਸ ਵੇਲੇ ਉੱਥੇ ਸਿਰਸੇ 'ਚ ਹੁੰਦਾ ਪਿਆ, ਉਹਦੇ ਵਿੱਚ ਵੀ ਕਈ ਦੋਸ਼ ਲੱਗਦੇ ਪਏ। ਇਹ ਸਾਰੇ ਦੋਸ਼ ਸੱਚੇ ਤੇ ਸਾਰਾ ਕੁਝ ਸਾਹਮਣੇ ਲੋਕਾਂ ਦੇ ਕਦੇ ਨਹੀਂ ਆਉਂਦਾ ਹੁੰਦਾ, ਪਰ ਜੋ ਆ ਰਿਹਾ ਉਹ ਇੰਨੀ ਕਿਸਮ ਦੇ ਸ਼ੰਕੇ ਤੇ ਵਿਸਵਸੇ ਪੈਦਾ ਕਰਦਾ ਕਿ ਗਿਣੇ ਨਹੀਂ ਜਾਂਦੇ। ਉਹਦੇ 'ਚ ਹੁਣ ਜਿਹੜਾ ਉਹ 2015 ਵਾਲਾ ਜੋ ਕੁਝ ਵੀ ਕਾਂਡ ਉਦੋਂ ਵਾਪਰਿਆ, ਉਹਦੀ ਜਾਂਚ ਨੂੰ ਲੈ ਕੇ ਵੀ ਤਾਂ ਐਪਲੀਕੇਸ਼ਨ ਜਾ ਰਹੀ ਹੈ ਨੇ। ਹੁਣ ਸ਼ਾਇਦ ਡੇਰਾ ਸੱਚਾ ਸੌਦਾ ਵੱਲੋਂ ਵੀ ਇਹ ਅਰਜ਼ੀ ਦਿੱਤੀ ਗਈ ਹੈ ਜੀ ਵੀ ਇੱਕ ਹੀ ਮਾਮਲੇ ਦੀ ਜਾਂਚ ਦੋ ਪਾਸਿਓਂ ਕਿੱਦਾਂ ਹੋ ਸਕਦੀ? ਉਹ ਤਾਂ CBI ਨੇ ਪਿਛਲੇ ਸਾਲ ਜਦੋਂ ਕਲੋਜ਼ਰ ਰਿਪੋਰਟ ਦਿੱਤੀ ਜੀ, ਉਹ ਵੀ ਪਿੱਛੋਂ ਸਿਆਸੀ ਇਸ਼ਾਰਾ ਹੋਇਆ ਸੀ ਕਿ ਕਲੋਜ਼ਰ ਰਿਪੋਰਟ ਦੇ ਦਿਓ, ਆਪਾਂ ਇਹ ਸਾਰੇ ਬੰਦੇ ਬਚਾਉਣੇ ਆ, ਨਹੀਂ ਤਾਂ CBI ਤੇ ਕਲੋਜ਼ਰ ਰਿਪੋਰਟ ਨਹੀਂ ਸੀ ਦੇ ਸਕਦੀ। ਤੇ ਜਦੋਂ ਵੇਖਿਆ ਕਿ ਇਹਨਾਂ ਨੇ SIT ਬਣਾ ਲਈ, ਹੁਣੇ ਪੜਤਾਲ ਕਰਾਉਣਗੇ, ਤੇ ਉਹ CBI 1 ਮਹੀਨੇ ਦੇ ਅੰਦਰ ਅੰਦਰ ਫਿਰ ਦੂਸਰੇ ਪਾਸੇ ਪਲਟਾ ਮਾਰ ਗਈ ਕਿ ਅਸੀਂ ਤਾਂ ਜੀ ਦੁਬਾਰਾ ਜਾਂਚ ਕਰਨੀ ਹੈ। ਜੇ ਪਹਿਲਾਂ 4 ਸਾਲਾਂ 'ਚ ਕੱਖ ਨਹੀਂ ਲੱਭਾ ਤੇ ਨਵੀਂ ਜਾਂਚ ਦੇ ਵਿੱਚ ਕਿਹੜਾ ਕੱਦੂ 'ਚ ਤੀਰ ਮਾਰ ਦਿਓਗੇ ਤੁਸੀਂ? ਇਹ ਜੋ ਕੁਝ ਹੋਇਆ ਸੀ ਉਦੋਂ ਵੀ ਸੀ, ਹੁਣ ਵੀ ਇੱਕ ਪਾਸੇ 2 ਵਿਸ਼ੇਸ਼ ਜਾਂਚ ਟੀਮਾਂ, 2 SITs ਪੜਤਾਲ ਕਰਦੀਆਂ ਪਈਆਂ, ਉਹਨਾਂ ਦੇ ਮੁਕਾਬਲੇ ਤੇ ਇੱਕ CBI ਕਹਿੰਦੀ ਅਸੀਂ ਪੜਤਾਲ ਕਰਦੇ ਪਏ ਹਾਂ। ਇਹਦਾ ਬਹਾਨਾ ਬਣਾ ਕੇ ਕਿ CBI ਤੇ ਪੰਜਾਬ ਪੁਲਿਸ 2 ਵੱਖ-ਵੱਖ ਪੜਤਾਲਾਂ ਕਰਦੀਆਂ ਪਈਆਂ ਨੇ। ਉਹਨਾਂ ਦੇ ਇੱਕ ਡੇਰਾ ਪ੍ਰੇਮੀ ਨੇ ਜਿਹੜਾ ਦੋਸ਼ੀਆਂ 'ਚ ਸ਼ਾਮਲ ਹੈ, ਉਹਨੇ ਜਾ ਕੇ ਹਾਈ ਕੋਰਟ 'ਚ ਅਰਜ਼ੀ ਦੇ ਦਿੱਤੀ ਹੈ। ਹਾਈ ਕੋਰਟ ਤੋਂ ਬਕਾਇਦਾ ਕਾਨੂੰਨੀ ਤਰੀਕੇ ਨਾਲ ਨੋਟਿਸ ਜਾਰੀ ਹੋ ਗਿਆ ਪੰਜਾਬ ਸਰਕਾਰ ਨੂੰ ਵੀ, ਪੁਲਿਸ ਨੂੰ ਵੀ ਤੇ CBI ਨੂੰ ਵੀ ਕਿ ਆ ਕੇ ਤੁਸੀਂ ਦੱਸੋ, ਰਿਕਾਰਡ ਵਿਖਾਓ ਕਿ ਕੀ ਗੱਲ ਕੀ ਹੈ, ਦੋਵੇਂ ਕਿੱਦਾਂ ਕਰ ਸਕਦੇ ਆ ਜੀ। ਇਹ ਸਾਰਾ ਮਸਲਾ ਲਮਕਾਉਣ ਦੀ ਖੇਡ ਆ, ਹੋਰ ਤਾਂ ਕੋਈ ਨਹੀਂ। ਮਸਲਾ ਲਮਕਾਇਆ ਜਾ ਰਿਹਾ ਕਿਸੇ ਨਾ ਕਿਸੇ ਤਰੀਕੇ, ਜਿੰਨਾ ਲਮਕ ਸਕਦਾ ਲਮਕ ਸਕਦੇ। ਪਰ ਜੇ ਕੱਲ ਨੂੰ ਜਾ ਕੇ ਚੋਣਾਂ ਦੇ ਐਨ ਨੇੜੇ ਇਹ ਸਾਰਾ ਇਹਨਾਂ ਦੇ ਖਿਲਾਫ ਚਲਾ ਗਿਆ ਤੇ ਫਿਰ ਕੀ ਬਣੇਗਾ? ਜਿਹੜੇ ਮਸਲਾ ਲਮਕਾਉਣ ਵਾਲੇ ਆ ਉਹਨਾਂ ਨੂੰ ਇਹ ਖੇਡ ਉਲਟੀ ਵੀ ਪੈ ਸਕਦੀ ਹੈ। ਬਿਲਕੁਲ। ਇੱਕ ਮਸਲਾ ਜਿਹੜੀ ਅਫਸਰਸ਼ਾਹੀ ਹੈ ਪੰਜਾਬ ਦੀ, ਜਦੋਂ ਤੋਂ ਪੰਜਾਬ 'ਚ ਨਵੀਂ ਕਾਂਗਰਸ ਸਰਕਾਰ ਬਣੀ ਉਦੋਂ ਤੋਂ ਅਫਸਰਸ਼ਾਹੀ ਸ਼ਬਦ ਅਖਬਾਰਾਂ 'ਚ ਆਪਾਂ ਆਮ ਹੀ ਪੜ੍ਹਦੇ ਹਾਂ। ਹੁਣ ਉਹਦੇ 'ਚ ਇੱਕ ਫਿਰ ਉਤਲੇ ਲੈਵਲ ਦੇ ਅਫਸਰ ਨੇ, ਸੁਰੇਸ਼ ਕੁਮਾਰ ਹੋਰੀ, ਪ੍ਰਿੰਸੀਪਲ ਚੀਫ ਸੈਕਟਰੀ, ਉਹ ਕਹਿੰਦੇ ਫਿਰ ਆਪਣੇ ਅਹੁਦੇ ਤੋਂ ਪਾਸੇ ਹੋ ਗਏ ਆ। ਸੁਰੇਸ਼ ਕੁਮਾਰ ਨੇ ਪਹਿਲਾਂ ਜਦੋਂ ਅਸਤੀਫਾ ਦਿੱਤਾ ਸੀ ਉਦੋਂ ਕਾਰਨ ਇਹ ਸੀ ਕਿ ਉਹਦੇ ਖਿਲਾਫ ਕੇਸ ਕੀਤਾ ਗਿਆ ਸੀ ਕਿ ਇਹ ਪ੍ਰਿੰਸੀਪਲ ਚੀਫ ਸੈਕਟਰੀ ਦਾ ਅਹੁਦਾ ਹੀ ਨਹੀਂ, ਤੈਨੂੰ ਲਾਇਆ ਕਿਉਂ ਜੀ? ਤੇ ਹਾਈ ਕੋਰਟ ਨੇ ਉਹਦੇ ਖਿਲਾਫ ਫੈਸਲਾ ਦੇ ਦਿੱਤਾ। ਉਹਨੇ ਆਖਿਆ ਜੀ ਮੇਰਾ ਕੇਸ ਪੰਜਾਬ ਸਰਕਾਰ ਦੇ ਵਕੀਲਾਂ ਨੇ ਚੰਗੀ ਤਰ੍ਹਾਂ ਲੜਿਆ ਨਹੀਂ ਜੀ। ਕੈਪਟਨ ਅਮਰਿੰਦਰ ਸਿੰਘ ਨੇ ਮਨਾ ਲਿਆ, ਮੁੱਖ ਮੰਤਰੀ ਦੇ ਮਨਾਉਣ ਦੇ ਉੱਤੇ ਦਫ਼ਤਰ ਆ ਗਿਆ, ਨਵਾਂ ਵਕੀਲ ਦਿੱਲੀ ਤੋਂ ਲਿਆਂਦਾ ਗਿਆ, ਨਵਾਂ ਵਕੀਲ ਅਦਾਲਤ ਵਿੱਚ ਗਿਆ ਫੈਸਲੇ ਨੂੰ ਚੈਲੰਜ ਕਰਨ, ਤੇ ਫੈਸਲਾ ਇੱਕ ਦਿਹਾੜੀ ਨਹੀਂ ਟਿਕਿਆ। ਉੱਥੇ ਜਾ ਕੇ ਉਸੇ ਵੇਲੇ ਫੈਸਲਾ ਟੁੱਟ ਗਿਆ ਕਿਉਂਕਿ ਉਹਨੇ ਜਾਂਦਿਆਂ ਹੀ ਆਖਿਆ ਕਿ ਜਿਹੜੇ ਬੰਦੇ ਨੇ ਕੇਸ ਕੀਤਾ ਉਹਦਾ ਕੀ ਇੰਟਰਸਟ ਆ? ਕਹਿੰਦਾ ਜੀ ਪਬਲਿਕ ਇੰਟਰਸਟ ਆ। ਤੇ ਉਹ ਕਹਿੰਦੇ ਹਾਈ ਕੋਰਟ 'ਚ ਪਬਲਿਕ ਇੰਟਰਸਟ ਪਟੀਸ਼ਨਾਂ ਵਾਸਤੇ ਇੱਕ ਵੱਖਰਾ ਬੈਂਚ ਆ, ਫਿਰ ਇਸ ਬੈਂਚ ਵਿੱਚ ਸੁਣਵਾਈ ਕਿਉਂ ਹੋਈ? ਤੂੰ ਪਹਿਲਾਂ ਕਿਉਂ ਨਹੀਂ ਦੱਸਿਆ ਪਬਲਿਕ ਇੰਟਰਸਟ ਲਿਟੀਗੇਸ਼ਨ ਹੈ ਜੀ। ਇਸ ਬੇਸ ਦੇ ਉੱਤੇ ਕਿ ਗਲਤ ਬੈਂਚ ਕੋਲ ਕੇਸ ਚਲਾ ਗਿਆ ਸੀ, ਉਹ ਕੇਸ ਜਾਂਦਿਆਂ ਰੱਦ ਹੋ ਗਿਆ। ਸੁਰੇਸ਼ ਕੁਮਾਰ ਕਹਿੰਦਾ ਕਿ ਮੇਰਾ ਕੇਸ ਜੇ ਪਹਿਲਾਂ ਵੀ ਕਾਨੂੰਨੀ ਤੌਰ ਤੇ ਢੰਗ ਨਾਲ ਲੜਿਆ ਜਾਂਦਾ ਤੇ ਇਹ ਪਹਿਲਾ ਫੈਸਲਾ ਆਉਣਾ ਹੀ ਨਹੀਂ ਸੀ, ਖਰਾਬ ਕੀਤਾ ਗਿਆ। ਹੁਣ ਅੰਦਰ ਅਫਸਰਸ਼ਾਹੀ ਦੇ ਵਿੱਚ ਕਹਿੰਦੇ ਆ ਖਿੱਚੋਤਾਣ, ਕੌਣ ਕਿਹਦੇ ਨਾਲ ਪਤਾ ਕੋਈ ਨਹੀਂ। ਅਸੀਂ ਤੇ ਅੱਜ ਕੱਲ੍ਹ ਜਾਂਦੇ ਨਹੀਂ, ਉੱਦਾਂ ਕਰੋਨਾ ਵਾਇਰਸ ਦੇ ਦਿਨਾਂ ਵਿੱਚ ਜਾਓ ਤੇ ਉੱਥੇ ਅਫਸਰ ਵੀ ਕਿਹੜੇ ਮਿਲਦੇ ਆ। ਹੁਣ ਤਾਂ ਜਿਸ ਤਰ੍ਹਾਂ ਵਰਚੁਅਲ ਮੀਟਿੰਗਾਂ ਹੁੰਦੀਆਂ ਨੇ, ਵੀਡੀਓ ਕਾਨਫਰੰਸਾਂ ਹੁੰਦੀਆਂ ਨੇ, ਇਹ ਸੌਖਾ ਕੰਮ ਹੋ ਗਿਆ ਕਿ ਮਿਲ ਕੇ ਬਹਿ ਕੇ ਇੱਕ ਦੂਸਰੇ ਨਾਲ ਕੰਨਾਂ 'ਚ ਫੂਕਾਂ ਮਾਰਨ ਦੀ ਲੋੜ ਨਹੀਂ। ਹਰ ਕੋਈ ਜਿੱਥੇ ਬੈਠੇ ਆ ਵੀਡੀਓ ਕਾਨਫਰੰਸ ਕਰ ਲਓ, ਨਹੀਂ ਤੇ WhatsApp ਦੇ ਉੱਤੇ ਵੀਡੀਓ ਕਾਲ ਕਰਕੇ ਸਾਰੀਆਂ ਗੱਲਾਂ ਬਾਤਾਂ ਕਰੀ ਚਲੋ। ਉੱਥੇ ਜੋ ਕੁਝ ਹੁੰਦਾ ਪਿਆ ਉਹ ਚੰਡੀਗੜ੍ਹ 'ਚ ਹੁਣ ਕੁਝ ਨਹੀਂ ਲੱਭਦਾ। ਅੱਗੇ ਅਸੀਂ ਲੋਕ ਸੁੰਘ ਲੈਂਦੇ ਸਾਂ ਫਲਾਨਾ ਅਫਸਰ ਫਲਾਣੇ ਨਾਲ, ਫਲਾਨਾ ਫਲਾਣੇ ਨਾਲ। ਹੁਣ ਬਹੁਤੀਆਂ ਗੱਲਾਂ ਅੰਦਰੇ ਅੰਦਰ ਦੱਬੀਆਂ ਨੇ। ਦੀਵਾਨ ਜਰਮਨੀ ਦਾਸ ਨੇ 2 ਕਿਤਾਬਾਂ ਲਿਖੀਆਂ ਸੀ ਅੱਜ ਤੋਂ ਬਹੁਤ ਸਾਲ ਪਹਿਲਾਂ, ਆਜ਼ਾਦੀ ਵੇਲੇ, ਇੱਕ ਮਹਾਰਾਜਾ ਤੇ ਇੱਕ ਮਹਾਰਾਣੀ। ਉਹਨਾਂ ਵਿੱਚ ਉਹਨਾਂ ਦੱਸਿਆ ਸੀ ਕਿ ਜਿੱਥੇ ਰਾਜ ਸਰਕਾਰ ਚੱਲਦੀ ਹੁੰਦੀ ਹੈ ਉਹਦੇ ਵਿੱਚ ਕਿਸ ਕਿਸ ਕਿਸਮ ਦੀਆਂ ਖੇਡਾਂ ਚੱਲਦੀਆਂ ਨੇ। ਉਹ ਖੇਡਾਂ ਉਦੋਂ ਵੀ ਚੱਲਦੀਆਂ ਸੀ, ਉਸ ਤੋਂ ਪਹਿਲਾਂ ਵੀ ਚੱਲਦੀਆਂ ਸੀ, ਉਹ ਖੇਡਾਂ ਅੱਜ ਵੀ ਚੱਲਦੀਆਂ ਹੋ ਸਕਦੀਆਂ। ਹੁਣ ਸੁਰੇਸ਼ ਕੁਮਾਰ ਨੇ ਅਸਤੀਫਾ ਕਿਉਂ ਦਿੱਤਾ? ਕਿਹੜੀਆਂ ਗੱਲਾਂ ਤੋਂ ਨਾਰਾਜ਼ਗੀ ਹੈ? ਸਰਕਾਰ ਦੇ ਬੰਦੇ ਤਾਂ ਕਹਿੰਦੇ ਅਜੇ ਦਿੱਤਾ ਹੀ ਨਹੀਂ, ਪਰ ਅਖਬਾਰ ਸਾਰੇ ਕਹਿੰਦੇ ਆ, ਮੀਡੀਆ ਸਾਰਾ ਕਹਿੰਦਾ ਕਿ ਉਹਨੇ ਦੇ ਦਿੱਤਾ ਤੇ ਸਮਾਨ ਵੀ ਚੁੱਕ ਕੇ ਘਰ ਲੈ ਗਏ। ਉਹਦੇ ਨਾਲ ਜਿਹੜੇ ਸਰਕਾਰੀ ਅਫਸਰਾਂ ਦੀ ਡਿਊਟੀ ਲੱਗੀ ਸੀ ਤੇ ਜਿਹੜੇ ਸਿਕਿਉਰਿਟੀ ਵਾਲੇ ਸੀ ਉਹਨੇ ਉਹ ਵੀ ਸਾਰੇ ਮੋੜ ਦਿੱਤੇ ਆ। ਜੇ ਇਹ ਗੱਲ ਸੱਚੀ ਹੋਵੇ ਤੇ ਮਾਮਲਾ ਗੰਭੀਰ ਹੈ, ਪਰ ਗੰਭੀਰ ਕਿਸ ਪਾਸਿਓਂ ਆ ਅਜੇ ਤੱਕ ਸਪਸ਼ਟ ਨਹੀਂ ਹੋ ਰਿਹਾ ਕਿ ਇਹ ਮੁੱਖ ਮੰਤਰੀ ਨਾਲ ਤੇ ਕੋਈ ਰੋਸ ਜਾਪਦਾ ਨਹੀਂ। ਰੋਸ ਜੇ ਕੋਈ ਹੈਗਾ ਤੇ ਅੰਦਰੇ ਅੰਦਰ ਅਫਸਰੀ ਢਾਂਚੇ ਦੇ ਵਿੱਚ ਕਿਸੇ ਕਿਸਮ ਦੀ ਗੱਲਬਾਤ ਹੈ ਜਿਹੜੀ ਅਜੇ ਬਾਹਰ ਨਹੀਂ ਆ ਰਹੀ। ਆ ਜਾਏਗੀ। ਅੱਛਾ ਬੰਸ ਸਾਹਿਬ, ਇੱਕ ਇੰਟਰਸਟਿੰਗ ਜੀ ਗੱਲ ਮੈਂ ਪੁੱਛਣੀ ਚਾਹੁੰਦਾ। ਆਪਾਂ ਅੱਜ ਵਾਹਵਾ ਕੇਸਾਂ ਦੀ ਗੱਲ ਕੀਤੀ, ਫਲਾਣੇ ਨੇ ਅਰਜ਼ੀ ਦੇਤੀ, ਢੀਂਗੜੇ ਨੇ ਦੇਤੀ। ਇਹਦਾ ਮਤਲਬ ਜਿਹੜਾ ਅਦਾਲਤਾਂ ਦੇ ਵਿੱਚ ਤਰੀਕਾਂ ਪੈਣ ਵਾਲਾ ਕੰਮ ਹੈ, ਉਹਦੀ ਇੱਕ ਸਟੋਰੀ ਹੈ ਕਿ ਭਰਤਪੁਰ ਦੇ ਰਾਜੇ ਦਾ ਜਿਹੜਾ 1985 ਦੇ ਵਿੱਚ ਕਹਿੰਦੇ ਕਤਲ ਹੋਇਆ ਸੀ, 1700 ਤਰੀਕਾਂ ਪੈਣ ਤੋਂ ਬਾਅਦ ਤੇ ਹੁਣ ਅਜੇ ਉਹ ਪੁਲਿਸ ਵਾਲੇ ਦੋਸ਼ੀ ਠਹਿਰਾਏ ਆ ਜੀ, ਉਹ ਵੀ ਸੈਸ਼ਨ ਕੋਰਟ ਨੇ। 1984 ਵਾਲੇ ਕੇਸ ਅਜੇ ਨਹੀਂ ਕਿਸੇ ਪਾਸੇ ਲੱਗੇ, ਇਹ ਤਾਂ 85 ਦਾ, ਉਦੋਂ 1 ਸਾਲ ਬਾਅਦ ਦਾ ਜੀ। ਚਲੋ ਇਹ ਫਿਰ ਵੀ ਲੱਗ ਗਿਆ। ਇਹਦੇ 'ਚ 1700 ਤਰੀਕਾਂ ਪਈਆਂ ਜੀ, ਤੇ ਹੁਣ ਆ ਕੇ
11 ਪੁਲਿਸ ਅਫਸਰ ਜਿਨ੍ਹਾਂ 'ਚ ਇੱਕ ਉਸ ਵੇਲੇ ਦਾ ਡੀਐਸਪੀ ਹੈ ਉਹ ਦੋਸ਼ੀ ਠਹਿਰਾਇਆ, ਅਦਾਲਤ ਨੇ ਸਜ਼ਾ ਮਿਲਣ ਲੱਗੀ ਹੈ। ਕੇਸ ਕੀ ਸੀ ਕਿ ਰਾਜਾ ਮਾਨ ਸਿੰਘ ਭਰਤਪੁਰ ਰਿਆਸਤ ਦਾ ਰਾਜਾ ਸੀ ਜੀ। ਜਦੋਂ ਲੋਕਤੰਤਰ ਆ ਗਿਆ ਉਹ ਚੋਣਾਂ ਲੜਨ ਲੱਗ ਪਿਆ। 1952 ਤੋਂ ਲੈ ਕੇ ਲਗਾਤਾਰ ਜਿੱਤਦਾ ਆਇਆ, 7 ਵਾਰ ਜਿੱਤ ਗਿਆ, 8ਵੀਂ ਚੋਣ ਲੜਦਾ ਪਿਆ ਸੀ ਜੀ। ਆਜ਼ਾਦ ਤੌਰ ਤੇ। ਕਾਂਗਰਸ ਦਾ ਮੁੱਖ ਮੰਤਰੀ ਸ਼ਿਵਚਰਨ ਮਾਥੁਰ ਉੱਥੇ ਗਿਆ, ਉਹਦੇ ਇਲਾਕੇ 'ਚ ਜਿਹੜਾ ਕਾਂਗਰਸੀ ਉੱਥੇ ਖਲੋਤਾ ਸੀ ਉਹਦੇ ਪੱਖ ਵਿੱਚ ਬੋਲਦਿਆਂ ਮੁੱਖ ਮੰਤਰੀ ਸ਼ਿਵਚਰਨ ਮਾਥੁਰ ਨੇ ਕੁਝ ਭੈੜੀਆਂ ਟਿੱਪਣੀਆਂ ਕਰ ਦਿੱਤੀਆਂ ਰਾਜਾ ਮਾਨ ਸਿੰਘ ਬਾਰੇ। ਇਹਦੇ ਤੋਂ ਕਾਂਗਰਸੀ ਵੀ ਜ਼ਿਆਦਾ ਤੈਸ਼ ਵਿੱਚ ਆ ਗਏ। ਉਹ ਚੜ੍ਹ ਕੇ ਗਏ ਜਾ ਕੇ ਮਹਿਲ ਦੇ ਉੱਤੇ, ਜਿਹੜਾ ਰਾਜ ਮਹਿਲ ਤੇ ਲੱਗਾ ਸੀ ਉਹਦਾ ਝੰਡਾ, ਉਹ ਪੁੱਟ ਕੇ ਕਾਂਗਰਸ ਦਾ ਗੱਡ ਹੈ। ਉਹ ਵੀ ਇਲਾਕੇ 'ਚ ਕੰਪੇਨ ਕਰਦਾ ਪਿਆ ਸੀ, ਚੋਣ ਮੁਹਿੰਮ ਚਲਾਉਂਦਾ ਪਿਆ ਸੀ। ਉੱਥੋਂ ਰਾਜਾ ਮਾਨ ਸਿੰਘ ਨੂੰ ਪਤਾ ਲੱਗਾ, ਉਹ ਗੁੱਸੇ 'ਚ ਆਇਆ। ਉਹਦੇ ਕੋਲ ਉਦੋਂ ਜੋਂਗਾ ਸੀ, ਜੋਂਗੇ ਜਿਹੜੇ ਅੱਜ ਕੱਲ੍ਹ ਜਿਹੜੀਆਂ SUV ਗੱਡੀਆਂ ਚੱਲਦੀਆਂ ਨੇ, ਇਨੋਵਾ ਕਹਿ ਲਓ, ਬਲੇਰੋ ਕਹਿ ਲਓ, ਸਕਾਰਪੀਓ ਕਹਿ ਲਓ, ਇਹਨਾਂ ਗੱਡੀਆਂ ਵਰਗੀ ਗੱਡੀ ਹੁੰਦੀ ਸੀ ਉਦੋਂ ਜੋਂਗਾ। ਅਜੇ ਵੀ ਕਈਆਂ ਕੋਲ ਹੈ ਜੀ, ਨਿਸ਼ਾਨ ਦਾ ਜੋਂਗਾ, ਕਈਆਂ ਕੋਲ ਪੁਰਾਣੀਆਂ ਹੈਗੀਆਂ ਨੇ। ਉਦੋਂ ਬਹੁਤਾ ਕਰਕੇ ਫੌਜ ਵਰਤਦੀ ਸੀ। ਉਹਦੇ ਕੋਲ ਜੋਂਗਾ ਸੀ ਤੇ ਹੁੰਦਾ ਬੜਾ ਜ਼ਬਰਦਸਤ ਸੀ। ਉਹਨੇ ਜੋਂਗਾ ਲਿਆਂਦਾ, ਲਿਆ ਕੇ ਸਿੱਧਾ ਜਿੱਥੇ ਮੁੱਖ ਮੰਤਰੀ ਸਟੇਜ ਲੱਗੀ ਸੀ ਉਹਦੇ 'ਚ ਮਾਰਿਆ, ਸਭ ਸਟੇਜ ਤੋੜ ਦਿੱਤੀ। ਫਿਰ ਉਹਨੂੰ ਪਤਾ ਲੱਗਾ ਕਿ ਉੱਥੇ ਮੁੱਖ ਮੰਤਰੀ ਦਾ ਹੈਲੀਕਾਪਟਰ ਉਤਰਿਆ, ਉਹ ਸਿੱਧਾ ਗਿਆ, ਉਹਨੇ ਪੂਰੇ ਜ਼ੋਰ ਨਾਲ ਜਾ ਕੇ ਹੈਲੀਕਾਪਟਰ 'ਚ ਮਾਰ ਕੇ ਹੈਲੀਕਾਪਟਰ ਤਬਾਹ ਕਰਤਾ। ਮੁੱਖ ਮੰਤਰੀ ਫਿਰ ਜਲਸਾ ਨਹੀਂ ਸੀ ਉੱਥੇ ਕਰ ਸਕਿਆ ਤੇ ਅਜੇ ਉਹਨੇ ਪਹਿਲਾਂ ਬਾਹਰ ਪ੍ਰੈਸ ਕੋਲ ਹੀ ਟਿੱਪਣੀਆਂ ਕੀਤੀਆਂ ਸੀ ਜਿਹਦਾ ਕਰਕੇ ਵਿਗਾੜ ਪਿਆ ਸੀ। ਉਹ ਫਿਰ ਕਾਰ ਤੇ ਵਾਪਸ ਚਲਾ ਗਿਆ। ਅਗਲੇ ਦਿਨ ਉਹਨੇ ਹਦਾਇਤ ਕੀਤੀ ਕਿ ਇਹਨੂੰ ਫੜੋ। ਫੜਨ ਦੇ ਬਹਾਨੇ ਮੰਡੀ 'ਚ ਗਏ ਤੇ ਪੁਲਿਸ ਵਾਲਿਆਂ ਜਾ ਕੇ ਗੋਲੀ ਮਾਰਤੀ। ਕਹਿੰਦੇ ਜੀ ਫੜਨ ਗਏ ਸਾਂ ਤੇ ਅੱਗੋਂ ਮੁਕਾਬਲਾ ਕਰਨ ਪੈ ਗਿਆ। ਉਹ ਮੁਕਾਬਲਾ ਝੂਠਾ ਸੀ। ਉਹਦਾ ਹੁਣ ਜਾ ਕੇ ਇਨਸਾਫ ਹੋਇਆ। 11 ਪੁਲਿਸ ਵਾਲੇ, ਜਿਹੜਾ ਉਦੋਂ ਵਾਲਾ ਡੀਐਸਪੀ, ਉਹ 11 ਜਿਹੜੇ ਆ ਦੋਸ਼ੀ ਕਰਾਰ ਦਿੱਤੇ ਗਏ। ਹੁਣ ਸ਼ਿਵਚਰਨ ਮਾਥੁਰ ਮੁੱਖ ਮੰਤਰੀ ਧਿਆਨੀ ਜਿਹੜਾ ਉਹਨਾਂ ਨੂੰ ਬਚਾਉਣ ਆਵੇ, ਇਹ ਹੁਣ ਸਜ਼ਾ ਭੁਗਤਣਗੇ। ਅੱਗੇ ਤੋਂ ਬਾਕੀਆਂ ਨੂੰ ਸਬਕ ਸਿੱਖ ਲੈਣਾ ਚਾਹੀਦਾ। ਬਿਲਕੁਲ ਪਵਨ ਸਾਹਿਬ, ਸਮਾਂ ਕੱਢਿਆ ਜੀ, ਬਹੁਤ ਧੰਨਵਾਦ ਹੈ। ਇਸ ਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਆਪਾਂ ਇੱਥੇ ਸਮਾਪਤ ਕਰਦੇ ਹਾਂ ਜੀ। ਤੁਸੀਂ ਆਪਣਾ ਉਹ ਲਾਈਕ ਵਾਲਾ ਬਟਨ ਦੱਬਣਾ ਨਾ ਭੁੱਲ ਜਿਓ ਤੇ ਪਿਆਰ ਸਤਿਕਾਰ ਇਸ ਤਰ੍ਹਾਂ ਦਿੰਦੇ ਰਹਿਣਾ ਤੇ ਸਾਡਾ ਵੀ ਥੋੜ੍ਹਾ ਜਿਹਾ ਹੌਸਲਾ ਵੱਧਦਾ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।